12ਵੀਂ ਵੀਡੀਓ ਮਸਕੀਨ ਜੀ ਦੀ ਆਪਣੀ ਲਿਖੀ ਪੁਸਤਕ ਤੀਜਾ ਨੇਤਰ। ਵਾਹਿਗੁਰੂ 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 ਵਾਹਿਗੁਰੂ। ਸੰਤ ਮਹਾਂਪੁਰਸ਼ਾਂ ਤੋਂ ਜ਼ਿਆਦਾ ਕੋਈ ਹੋਰ ਹੋਸ਼ ਵਿੱਚ ਨਹੀਂ ਹੁੰਦਾ। ਇਸ ਵਾਸਤੇ ਸੰਤ ਕੋਲ ਵੀ ਇੱਕ ਖੁਮਾਰੀ ਹੁੰਦੀ ਹੈ। ਅਗਰ ਇੱਕ ਸ਼ਰਾਬੀ ਤੇ ਇੱਕ ਸੰਤ ਨੂੰ ਇਕੱਠੇ ਇੱਕ ਹੀ ਥਾਂ ਤੇ ਬਿਠਾਈਏ ਤਾਂ ਦੋਹਾਂ ਦੀ ਅੱਖਾਂ ਦੀ ਖੁਮਾਰੀ ਵੇਖਦਿਆਂ ਪਹਿਚਾਣ ਕਰਨੀ ਔਖੀ ਹੋ ਜਾਵੇਗੀ ਕਿ ਸੰਤ ਕਿਹੜਾ ਹੈ ਤੇ ਸ਼ਰਾਬੀ ਕਿਹੜਾ ਹੈ। ਸ਼ਰਾਬ ਦੀ ਖੁਮਾਰੀ ਵਿੱਚ ਤਾਂ ਸ਼ਰਾਬੀ ਆਪਣਾ ਧਾਮ ਵੀ ਭੁੱਲ ਜਾਂਦਾ ਹੈ, ਪਰ ਨਾਮ ਦੀ ਖੁਮਾਰੀ ਪਰਮ ਹੋਸ਼ ਦੀ ਖੁਮਾਰੀ ਵਿੱਚ ਭਗਤ ਤਿੰਨ ਲੋਕਾਂ ਦੀਆਂ ਗੱਲਾਂ ਕਰਦਾ ਹੈ। ਸ਼ਰਾਬੀ ਨੂੰ ਇੱਕ ਜ਼ੋਰ ਨਾਲ ਥੱਪੜ ਲੱਗ ਜਾਵੇ ਤਾਂ ਸਾਰਾ ਨਸ਼ਾ ਕਫੂਰ ਹੋ ਜਾਂਦਾ ਹੈ, ਪਰ ਸੰਤ ਨੂੰ ਤੱਤੀ ਤਵੀ 'ਤੇ ਬਿਠਾ ਦਈਏ ਤਾਂ ਨਸ਼ਾ ਖੁਮਾਰੀ ਦੂਰ ਨਹੀਂ ਹੁੰਦੀ। ਉਹ ਤਾਂ ਉਸ ਮਸਤੀ ਵਿੱਚ ਬੰਦ ਕਟਵਾ ਲੈਂਦਾ ਹੈ ਔਰ ਉਸ ਹੋਸ਼ ਦੀ ਖੁਮਾਰੀ ਵਿੱਚ ਉਬਲਦੀ ਦੇਗ ਵਿੱਚ ਬੈਠ ਜਾਂਦਾ ਹੈ। ਕਹਿੰਦੇ ਹਨ ਫੀਮਚੀ ਇਸ਼ਨਾਨ ਤੋਂ ਸੰਗਦਾ ਹੈ। ਠੰਡੇ ਪਾਣੀ ਦੀ ਬੂੰਦ ਪੈਂਦਿਆਂ ਫੀਮ ਦਾ ਸਾਰਾ ਨਸ਼ਾ ਲੈ ਜਾਂਦਾ ਹੈ, ਪਰ ਉਬਲਦਾ ਪਾਣੀ ਵੀ ਸੰਤ ਦੀ ਖੁਮਾਰੀ ਨੂੰ ਖੋ ਨਹੀਂ ਸਕਦਾ। ਸਾਰੇ ਨਸ਼ੇ ਬੇਹੋਸ਼ੀ ਦੀ ਖੁਮਾਰੀ ਹਨ, ਨਾਮ ਹੋਸ਼ ਦੀ ਖੁਮਾਰੀ ਹੈ। ਬੇਹੋਸ਼ੀ ਦੀ ਖੁਮਾਰੀ ਤਾਂ ਚੰਦ ਪੈਸਿਆਂ ਬਦਲੇ ਮਿਲ ਜਾਂਦੀ ਹੈ, ਸ਼ਰਾਬ ਅਫੀਮ ਤਾਂ ਰੁਪਈਆਂ ਬਦਲੇ ਮਿਲ ਜਾਵੇਗੀ, ਪਰ ਨਾਮ ਦੀ ਖੁਮਾਰੀ ਧਨ ਨਾਲ ਨਹੀਂ ਮਿਲਦੀ। ਇਹ ਸ਼ਰਾਬ ਇਹ ਹੋਸ਼ ਦੀ ਖੁਮਾਰੀ ਤਾਂ ਖੁਦ ਵਸਾਉਣੀ ਪਵੇਗੀ, ਬਣੀ ਬਣਾਈ ਨਹੀਂ ਮਿਲੇਗੀ। ਇਸ ਹੋਸ਼ ਦੀ ਸ਼ਰਾਬ ਲਈ ਸਾਰਾ ਸਮਾਨ ਵੀ ਆਪਣੇ ਵਿੱਚੋਂ ਹੀ ਇਕੱਠਾ ਕਰਨਾ ਪਵੇਗਾ। ਸ਼ਰਾਬ ਕੀ ਹੈ? ਮਿੱਠੇ ਨੂੰ ਕੌੜਾ ਕਰਨਾ। ਨਾਮ ਰਸ ਕੀ ਹੈ? ਜਗਤ ਦੀ ਤਮਾਮ ਕੁੜੱਤਣ ਨੂੰ ਮਿਠਾਸ ਵਿੱਚ ਬਦਲ ਦੇਣਾ। ਨਾਮ ਦੀ ਮੁੰਦਰਾ ਕਿਵੇਂ ਬਣਾਈਦੀ ਹੈ, ਉਸ ਦਾ ਢੰਗ ਗੁਰਬਾਣੀ ਨੇ ਇਹ ਦੱਸਿਆ ਹੈ। ਗੁੜ ਕਰ ਗਿਆਨ ਧਿਆਨ ਕਰ ਮਹੂਆ, ਭਉ ਪਾਠੀ ਮਨ ਧਾਰਾ, ਸੁਖਮਣ ਨਾਰੀ ਸਹਿਜ ਸਮਾਣੀ ਪੀਵੈ ਪੀਵਨ ਹਾਰਾ। ਔਦ ਮੇਰਾ ਮਨ ਮਤਵਾਰਾ, ਉਨਮਦ ਚੱਡਾ ਮਦਨ ਰਸ ਚਾਖਿਆ, ਤ੍ਰਿਵਣ ਪਿਆ ਉਜਿਆਰਾ। ਰਹਾਓ ਦੋਏ ਪਰ ਜੋੜ ਰਸਾਈ ਪਾਠੀ, ਪੀਓ ਮਹਾਰਸ ਭਾਰੀ, ਕਾਮ ਕ੍ਰੋਧ ਦੋਏ ਕੀਏ ਜਲੇਤਾ, ਛੂਟ ਗਈ ਸੰਸਾਰੀ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਸਤਗੁਰ ਤੇ ਸੁਧ ਪਾਈ, ਦਾਸ ਕਬੀਰ ਤਾਸ ਮਦ ਮਾਤਾ, ਉਚਕ ਨਾ ਕਬਹੂ ਜਾਈ। ਰਾਮਕਲੀ ਕਬੀਰ ਜੀ ਅੰਗ 669। ਧਿਆਨ ਸਾਧਨਾ ਨੂੰ ਮਹੂਆ ਬਣਾਇਆ ਤੇ ਪ੍ਰਭੂ ਗਿਆਨ ਨੂੰ ਗੁੜ ਬਣਾਇਆ। ਪਰਮਾਤਮਾ ਨੇ ਇਸ ਨੂੰ ਭੱਠੀ ਬਣਾਇਆ। ਮਨ ਨੂੰ ਸੁੱਖ ਦੇਣ ਵਾਲੀ ਪ੍ਰੇਮਾ ਭਗਤੀ ਨੂੰ ਨਲੀ ਬਣਾਇਆ। ਜਿਸ ਵਿੱਚੋਂ ਭੱਠੀ ਚੋਂ ਨਿਕਲ ਕੇ ਸ਼ਰਾਬ ਬਾਹਰ ਆਉਂਦੀ ਹੈ, ਉਹ ਨਲੀ ਭਗਤੀ ਹੈ। ਨਿਰਗੁਣ ਸਰਗੁਣ ਦਾ ਜੋੜ ਚੁੱਲ੍ਹਾ ਹੈ ਤੇ ਇਸ ਚੁੱਲ੍ਹੇ ਵਿੱਚ ਕਾਮ ਕ੍ਰੋਧ ਦਾ ਬਾਲਣ ਡਾਇਆ ਹੈ, ਭਾਵ ਕਾਮ ਕ੍ਰੋਧ ਸਾੜਿਆ ਹੈ। ਇਸ ਤਰ੍ਹਾਂ ਦੀ ਸ਼ਰਾਬ ਬਣਾਉਣ ਦੀ ਜਾਚ ਗੁਰੂ ਦੱਸਦਾ ਹੈ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਸਤਗੁਰ ਤੇ ਸੁਧ ਪਾਈ, ਦਾਸ ਕਬੀਰ ਤਾਸ ਮਦ ਮਾਤਾ, ਉਚਕ ਨਾ ਕਬਹੂ ਜਾਈ। ਰਾਮਕਲੀ ਕਬੀਰ ਜੀ ਅੰਗ 669। ਸ਼ਰਾਬ ਦਾ ਨਸ਼ਾ ਬਾਰ ਲੈਣਾ ਪੈਂਦਾ ਹੈ, ਪਰ ਨਾਮ ਖੁਮਾਰੀ ਇੱਕ ਦਫਾ ਤਾਰੀ ਹੋ ਜਾਵੇ ਫਿਰ ਇਹ ਨਸ਼ਾ ਤਾਂ ਜ਼ਿੰਦਗੀ ਰਹਿੰਦਾ ਹੈ। ਇਸ ਤਰ੍ਹਾਂ ਦੀ ਖੁਮਾਰੀ ਦਾ ਬੋਧ ਗੁਰ ਸ਼ਬਦ ਤੋਂ ਮਿਲਦਾ ਹੈ। ਇਸ ਲਈ ਗੁਰੂ ਨੂੰ ਭਾਈ ਨੰਦ ਲਾਲ ਜੀ ਸਾਕੀ ਆਖਦੇ ਹਨ। ਇਕਬਾਲ ਨੇ ਵੀ ਧਰਮ ਦੇ ਰੂਪ ਨੂੰ ਖੁਮਾਰੀ ਨਾਲ ਨਸ਼ੇ ਨਾਲ ਤੁਲਨਾ ਦਿੱਤੀ ਹੈ। ਇਕਬਾਲ ਜਦ ਯੂਰਪ ਦੀ ਫੇਰੀ ਤੋਂ ਬਾਅਦ ਭਾਰਤ ਵਾਪਸ ਆਏ ਤਾਂ ਆਪ ਕੋਲੋਂ ਪੁੱਛਿਆ ਗਿਆ ਕਿ ਪੂਰਬ ਤੇ ਪੱਛਮ, ਯੂਰਪ ਤੇ ਭਾਰਤ ਵਿੱਚ ਧਰਮ ਦੀ ਰੂਪ ਰੇਖਾ ਦੀ ਤੁਲਨਾਤਮਕ ਗੱਲ ਸੁਣਾਓ, ਤਾਂ ਆਪ ਦੇ ਮੂੰਹੋਂ ਇਹ ਸ਼ੇਹਰ ਨਿਕਲਿਆ, ਬਹੁਤ ਦੇਖੀ ਹੈ ਮੈਨੇ ਮਗਰਬ ਮਸ਼ਰਕ ਕੇ ਪੈਖਾਨੇ, यहाँ ਸਾਕੀ ਨਹੀਂ ਮਿਲਤਾ ਵਹਾਂ ਬੈਜੋਕ ਹੈ ਕਾਬਾ। ਆਪ ਦਾ ਕਹਿਣਾ ਹੈ ਕਿ ਯੂਰਪ ਦੀ ਸ਼ਰਾਬ ਤਾਂ ਕਿਸੇ ਕੰਮ ਦੀ ਨਹੀਂ, ਉਸ ਵਿੱਚ ਤਾਂ ਸਰੂਰ ਵੀ ਨਹੀਂ, ਕੋਈ ਗਹਿਰਾ ਨਸ਼ਾ ਵੀ ਨਹੀਂ, ਪਰ ਸਾਕੀ ਪਿਲਾਉਣ ਵਾਲਾ ਦਾ ਢੰਗ ਬੜਾ ਪ੍ਰਭਾਵਸ਼ਾਲੀ ਹੈ। ਉਸ ਦਾ ਸ਼ਰਾਬ ਪੇਸ਼ ਕਰਨ ਦਾ ਅੰਦਾਜ਼ ਬਹੁਤ ਨਿਰਾਲਾ ਹੈ, ਜਿਸ ਕਰਕੇ ਆਮ ਲੋਕ ਪ੍ਰਭਾਵਿਤ ਹੁੰਦੇ ਹਨ ਤੇ ਪੀਣ ਨੂੰ ਜੀ ਕਰਦਾ ਹੈ। ਹਿੰਦੁਸਤਾਨ ਦੀ ਮਦਰਾ ਬੜੀ ਪਵਿੱਤਰ ਹੈ, ਨਸ਼ਾ ਹੈ, ਗਹਿਰਾਈ ਹੈ, ਪਰ ਸਾਕੀ ਕਿਸੇ ਕੰਮ ਦਾ ਨਹੀਂ ਹੈ। ਇਸ ਦੇ ਪੇਸ਼ ਕਰਨ ਦਾ ਢੰਗ ਕਠੋਰ ਹੈ, ਬਹੁਤ ਗੰਦਾ ਹੈ, ਇਸ ਵਾਸਤੇ ਪੀਣ ਨੂੰ ਜੀ ਨਹੀਂ ਕਰਦਾ। ਯੂਰਪ ਦਾ ਪਾਦਰੀ ਹਲੇਮ ਨਿਰਵਾਣ ਹੈ, ਮਿੱਠ ਬੋਲੜਾ ਹੈ, ਪੜ੍ਹਿਆ ਲਿਖਿਆ ਹੈ, ਸੱਭਿਅ ਹੈ, ਇਸ ਵਾਸਤੇ ਉਸ ਦੀਆਂ ਧਰਮ ਸੰਬੰਧੀ ਵਿਚਾਰਾਂ ਪ੍ਰਭਾਵਿਤ ਕਰਦੀਆਂ ਹਨ, ਭਾਵੇਂ ਉਹਨਾਂ ਵਿਚਾਰਾਂ ਵਿੱਚ ਗਹਿਰਾਈ ਨਹੀਂ ਹੈ। ਹਿੰਦੁਸਤਾਨ ਦੀ ਧਾਰਮਿਕ ਵਿਚਾਰ ਬਹੁਤ ਗਹਿਰੀ ਹੈ ਤੇ ਆਪਣੇ ਵਿੱਚ ਮਸਤੀ ਸਰੂਰ ਵੀ ਰੱਖਦੀ ਹੈ, ਪਰ ਸਾਕੀ ਅਸੱਭਿਅ ਹੈ। ਮੁੱਦਤਾਂ ਬਾਅਦ ਇੱਕ ਪਵਿੱਤਰ ਸਾਕੀ ਪਵਿੱਤਰ ਮਦਰਾ ਲੈ ਕੇ ਆਇਆ
ਵਡਭਾਗੀ ਨੇ ਉਸ ਦਾ ਸਰੂਰ ਮਾਣਿਆ। ਉਹ ਸਾਕੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਦ ਤਾਂ ਐਸੇ ਮਹਾਨ ਸਾਕੀ ਕੋਲੋਂ ਨਾਮ ਦੀ ਖੁਮਾਰੀ ਭਾਈ ਨੰਦ ਲਾਲ ਜੀ ਮੰਗ ਰਹੇ ਹਨ। ਬਦੈ ਸਾਕੀ ਮਰਾ ਯਕਜਾਮ ਜਾਂ ਰੰਗੀਨੀਏ ਦਿਲਹਾ ਬਾ ਚਸ਼ਮ ਪਾਕ ਬੀ ਸਾਂ ਕੁਨਮ ਈ ਜ਼ੁਲਮਲਾ ਮੁਸ਼ਕਿਲ ਹਾਂ। ਭਾਈ ਨੰਦ ਲਾਲ ਜੀ। ਐ ਮੇਰੇ ਸਾਕੀ ਮੈਨੂੰ ਐਸੀ ਪਾਵਨ ਮਦਰਾ ਪਿਲਾ, ਐਸਾ ਜਾਮ ਦੇ ਜਿਸ ਦੇ ਪੀਂਦਿਆਂ ਦੋ ਜਹਾਨਾਂ ਦੀਆਂ ਮੁਸ਼ਕਿਲਾਂ ਆਸਾਨ ਹੋ ਜਾਵਣ ਅਤੇ ਉਸ ਪਾਵਨ ਪਿਆਰੇ ਪ੍ਰਭੂ ਨੂੰ ਇਹਨਾਂ ਖੁਮਾਰ ਭਰੀਆਂ ਅੱਖਾਂ ਨਾਲ ਤੱਕ ਸਕਾਂ। ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚ ਇੱਕ ਪੰਕਤੀ ਬਹੁਤ ਸੁੰਦਰ ਅਤੇ ਜਗਤ ਪ੍ਰਸਿੱਧ ਆਈ ਹੈ। ਅਫੀਮ ਮਦ ਭਾਂਗ ਚਰਸ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਭਾਗ 12 ਭੇਟਾ। ਇੱਕ ਅਟਲ ਨਿਯਮ ਹੈ ਕਿ ਕੁਝ ਦੇ ਕੇ ਹੀ ਮਿਲਦਾ ਹੈ। ਇਸ ਵਾਸਤੇ ਸੰਸਾਰ ਨੂੰ ਦੇਣ ਲੈਣ ਦਾ ਸੰਬੰਧ ਆਖਦੇ ਹਨ। ਭੇਟਾ ਕੋਈ ਦੇਣ ਲੈਣ ਦਾ ਸੰਬੰਧ ਨਹੀਂ ਹੈ ਅਤੇ ਨਾ ਹੀ ਇਹ ਦਾਨ ਕਹਿਲਾ ਸਕਦਾ ਹੈ। ਜਦ ਕਿਸੇ ਦੀ ਮਹਾਨਤਾ ਗੁਣ ਕਲਾ ਤੋਂ ਇਤਨੀ ਪ੍ਰਭਾਵਿਤ ਹੋਵੇ ਕਿ ਕੁਝ ਨਿਸ਼ਾਵਰ ਕਰਨ ਦਾ ਮਨ ਹੋਇਆ ਹੈ। ਦਾਨ ਵੀ ਦਇਆ ਭਾਵ ਤੋਂ ਪੈਦਾ ਹੁੰਦਾ ਹੈ ਅਤੇ ਦਇਆ ਤਾਂ ਉਹਨਾਂ 'ਤੇ ਆਵੇ ਜੋ ਪਛੜੇ ਹੋਏ ਹਨ, ਜੀਵਨ ਦੇ ਕਿਸੇ ਨਾ ਕਿਸੇ ਪੱਖ ਤੋਂ ਪਿੱਛੇ ਰਹਿ ਗਏ ਹਨ। ਜੀਵਨ ਦੀ ਮਹਾਨਤਾ ਦਾ ਰਾਜ ਵੀ ਉਹਨਾਂ ਦੋ ਵਿਚਾਰਾਂ ਵਿੱਚ ਛੁਪਿਆ ਪਿਆ ਹੈ ਕਿ ਜੋ ਪਛੜ ਗਏ ਹਨ ਉਹਨਾਂ 'ਤੇ ਦਇਆ ਕਰਕੇ ਅਸੀਂ ਐਸਾ ਦਾਨ ਦਈਏ ਕਿ ਉਹ ਅੱਗੇ ਵੱਧ ਸਕਣ। ਜੀਵਨ ਦੇ ਜਿਸ ਕਿਸੇ ਪੱਖ ਤੋਂ ਜੋ ਪਛੜੇ ਹਨ, ਧਨ, ਗੁਣ, ਕਲਾ, ਗਿਆਨ, ਰਾਜਨੀਤੀ ਅਤੇ ਧਰਮ ਕਰਕੇ ਜੋ ਪਛੜ ਗਏ ਹਨ, ਬਹੁਤ ਪਿੱਛੇ ਰਹਿ ਗਏ ਹਨ, ਉਹਨਾਂ ਦਾ ਸਹਾਰਾ ਬਣੀਏ ਅਤੇ ਜੋ ਅੱਗੇ ਲੰਘ ਗਏ ਹਨ ਉਹਨਾਂ ਦਾ ਸਨਮਾਨ। ਪਿੱਛੇ ਰਹਿ ਗਿਆਂ 'ਤੇ ਜਦ ਦਇਆ ਕਰਾਂਗੇ ਤਾਂ ਉਹ ਅੱਗੇ ਵੱਧ ਸਕਣਗੇ ਅਤੇ ਜੋ ਅਗਾਹਾਂ ਜੋ ਨਿਕਲ ਗਏ ਹਨ ਉਹਨਾਂ ਦਾ ਸਨਮਾਨ ਕਰੀਏ ਅਤੇ ਸਨਮਾਨ ਕਰਨ ਵਾਲਾ ਵੀ ਅੱਗੇ ਨਿਕਲ ਜਾਂਦਾ ਹੈ। ਮਨੁੱਖ ਜੀਵਨ ਦੇ ਹਰ ਪੱਖ ਵਿੱਚ ਅੱਗੇ ਨਹੀਂ ਹੋ ਸਕਦਾ। ਸੰਤ ਜਨ ਦਇਆ ਕਰਕੇ ਪਛੜ ਗਿਆਂ ਨੂੰ ਗਿਆਨ ਭਗਤੀ ਦ੍ਰਿੜ ਕਰਾਉਂਦੇ ਰਹੇ ਹਨ। ਜਿਸ ਦਾ ਬਹੁਤ ਸਮਾਂ ਬੰਦਗੀ, ਭਜਨ ਅਤੇ ਗਿਆਨ ਸਾਧਨਾ ਵਿੱਚ ਲੀਨ ਹੋਵੇਗਾ ਉਹ ਧਨ ਕਰਕੇ ਪਛੜ ਜਾਵੇਗਾ। ਸੋ ਧਨਵਾਨ ਧਨ ਅਰਪਣ ਕਰਦੇ ਹਨ। ਵਿਸ਼ੇਸ਼ ਤੌਰ 'ਤੇ ਦਇਆ ਉਹਨਾਂ 'ਤੇ ਚਾਹੀਦੀ ਹੈ ਜੋ ਜੀਵਨ ਦੇ ਹਰ ਪੱਖ ਤੋਂ ਪਛੜ ਗਏ ਹਨ। ਅਰਥ, ਧਰਮ, ਗੁਣ, ਕਲਾ, ਨੀਤੀ ਕਰਕੇ ਜੋ ਪਛੜ ਗਏ ਹਨ। ਇਸ ਨੀਤੀ ਨੂੰ, ਇਸ ਵਿਚਾਰਧਾਰਾ ਨਾਲ ਅਗਰ ਮਨੁੱਖੀ ਜੀਵਨ ਬਤੀਤ ਹੋਵੇ ਤਾਂ ਧਰਤੀ 'ਤੇ ਹੀ ਸਵਰਗ ਦਾ ਜਨਮ ਹੋ ਸਕਦਾ ਹੈ। ਅਕਸਰ ਮਨੁੱਖ ਉਦੋਂ ਜੀਵਨ ਨੂੰ ਨਰਕ ਬਣਾ ਲੈਂਦਾ ਹੈ ਜੋ ਅਗਾਹਾਂ ਨਿਕਲ ਗਿਆ ਦਾ ਸਨਮਾਨ ਨਹੀਂ ਕਰਦਾ। ਜਿਸ ਤੋਂ ਬਿਨਾਂ ਜੀਵਨ ਸੁੰਨਾ ਪ੍ਰਤੀਤ ਹੋਵੇ, ਜੀਵਨ ਵਿੱਚ ਕੋਈ ਅਰਥ ਨਾ ਦਿਖਾਈ ਦੇਵੇ ਅਤੇ ਜਿਸ ਦਾ ਚਿੰਤਨ ਹਰ ਵਕਤ ਚੱਲੇ, ਉਸ ਲਈ ਕੁਝ ਭੇਟਾ ਕਰਨ ਦਾ ਮਨ ਹੁੰਦਾ ਹੈ। ਕੁਝ ਨਿਸ਼ਾਵਰ ਕਰਨਾ, ਕੁਰਬਾਨ ਕਰਨਾ, ਇਹ ਭਾਵਨਾ ਅੰਦਰੋਂ ਉਪਜਦੀ ਹੈ। ਇਸਲਾਮ ਵਿੱਚ ਜਾਨਵਰਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਜੀਵਨ ਜਿੰਦ ਸਭ ਤੋਂ ਵਡਮੁੱਲੀ ਹੈ। ਸੱਚ ਤਾਂ ਇਹ ਹੈ ਕਿ ਜਿੰਦ ਅਮੁੱਲ ਹੈ, ਇਸ ਦਾ ਕੋਈ ਮੁੱਲ ਪਾਇਆ ਹੀ ਨਹੀਂ ਜਾ ਸਕਦਾ ਅਤੇ ਜਿੰਦ ਭੇਟ ਕਰਨਾ ਸਭ ਤੋਂ ਵੱਡੀ ਭੇਟਾ ਹੈ। ਪਰ ਜਿੰਦ ਦੂਜੇ ਦੀ ਭੇਟ ਕਰਨਾ ਅਤੇ ਆਪਣੀ ਬਚਾ ਲੈਣਾ, ਇਹ ਭੇਟਾ ਨਹੀਂ ਹੈ, ਕੁਰਬਾਨੀ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਕੁਰਬਾਨੀ ਨਾਲ ਜੀਵਨ ਅੰਦਰ ਕੋਈ ਗਿਆਨ ਪ੍ਰਕਾਸ਼ ਦੀ ਕਿਰਨ ਫੁੱਟਦੀ ਨਹੀਂ ਦਿਖਾਈ ਦਿੰਦੀ। ਸਾਡੇ ਦੇਸ਼ ਅੰਦਰ ਵੀ ਬੱਕਰੇ, ਗਊਆਂ, ਘੋੜੇ ਅਤੇ ਮਨੁੱਖ ਦੀ ਬਲੀ ਚੜ੍ਹਾਈ ਜਾਂਦੀ ਰਹੀ ਹੈ ਅਤੇ ਇਸ ਤਰ੍ਹਾਂ ਦੀ ਕੁਰਬਾਨੀ ਕਰਨ ਵਾਲਾ ਮਹਾਨ ਸਮਝਿਆ ਜਾਂਦਾ ਰਿਹਾ ਹੈ। ਸਭਿਅਤਾ ਦੇ ਵਿਕਾਸ ਅਤੇ ਭੌਤਿਕ ਬਲ ਦੀ ਉੱਨਤੀ ਨਾਲ ਸੰਸਾਰ ਵਿੱਚ ਪ੍ਰਮਾਤਮਾ ਦੇ ਨਾਮ ਅਤੇ ਜੀਵਾਂ ਨੂੰ ਭੇਟ ਕਰਨਾ, ਕੁਰਬਾਨ ਕਰਨਾ ਬੰਦ ਹੁੰਦਾ ਜਾ ਰਿਹਾ ਹੈ। ਸਰਬ ਗੁਣ ਸਮਰੱਥ ਅਤੇ ਸਰਬ ਸ਼ਕਤੀਮਾਨ ਅਕਾਲ ਪੁਰਖ ਅੱਗੇ ਕੀ ਭੇਟ ਰੱਖੀਏ ਅਤੇ ਇਹ ਚੇਤੇ ਰੱਖਣਾ ਚਾਹੀਦਾ ਹੈ। ਭੇਟ ਦਾਨ ਨਹੀਂ ਹੈ। ਦਾਨ ਉਹਨਾਂ ਵਾਸਤੇ ਹੈ ਜੋ ਪਛੜ ਗਏ ਹਨ। ਪਿੱਛੇ ਰਹਿ ਗਿਆਂ ਨੂੰ ਜੋ ਕੁਛ ਵੀ ਦੇਣਾ ਹੈ ਉਹ ਦਾਨ ਹੈ। ਅੰਨ ਦਾਨ, ਧਨ ਦਾਨ, ਵਿੱਦਿਆ ਦਾਨ, ਕਲਾ ਦਾਨ ਅਤੇ ਧਰਮ ਦਾਨ ਇਤਿਆਦਿਕ। ਪਰ ਭੇਟਾਂ ਤਾਂ ਉਸ ਅੱਗੇ ਰੱਖੀ ਦੀ ਹੈ ਜੋ ਹਰ ਪੱਖ ਤੋਂ ਅੱਗੇ ਹੈ। ਸਰਬ ਕਲਾ ਸਮਰੱਥ ਗੁਰੂ ਅਕਾਲ ਪੁਰਖ ਅੱਗੇ ਹਨ ਅਤੇ ਜੋ ਹਰ ਪੱਖ ਤੋਂ ਅੱਗੇ ਹਨ ਉਸ ਅੱਗੇ ਕੀ ਭੇਟ ਰੱਖੀਏ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ। ਗੁਜਰੀ ਰਵਿਦਾਸ ਜੀ ਅੰਗ 525। ਉਸ ਸਮਰੱਥ ਗੋਬਿੰਦ ਅੱਗੇ ਕੀ ਭੇਟ ਚੜਾਈਏ, ਕਿਉਂਕਿ ਜਗਤ ਵਿੱਚ ਉਸ ਅੱਗੇ ਭੇਟ ਕਰਨ ਲਈ ਮੈਨੂੰ ਕੋਈ ਹੋਰ ਫੁੱਲ ਸੁੱਚਾ ਦਿਖਾਈ ਨਹੀਂ ਦਿੰਦਾ। ਤਾਂ ਭਗਤ ਰਵਿਦਾਸ ਜੀ ਫਰਮਾਨ ਕਰਦੇ ਹਨ ਕਿ ਹਾਂ, ਇੱਕ ਵਸਤੂ ਐਸੀ ਹੈ ਅਗਰ ਭੇਟ ਕਰ ਦਈਏ ਤਾਂ ਪ੍ਰਮਾਤਮਾ ਅਕਾਲ ਪੁਰਖ ਦੀ ਖੁਸ਼ੀ ਮਿਲ ਸਕਦੀ ਹੈ। ਉਹ ਭੇਟਾ ਹੈ ਆਪਣਾ ਮਨ। ਉਸ ਅਕਾਲ ਪੁਰਖ ਅੱਗੇ ਆਪਣਾ ਮਨ ਭੇਟ ਕਰਨਾ ਹੈ, ਆਪਣੀ ਮੱਤ ਭੇਟ
ਕਰਨੀ ਹੈ। ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਗੁਜਰੀ ਰਵਿਦਾਸ ਜੀ ਅੰਗ 525। ਮਨ ਤੋਂ ਵੱਡੀ ਕੋਈ ਭੇਟਾ ਨਹੀਂ ਹੈ। ਮਨ ਅਰਪਣ ਕਰ ਦਿੱਤਾ, ਮਨ ਨੂੰ ਸਭ ਕੁਝ ਭੇਟ ਹੋ ਗਿਆ। ਮਨ ਭੇਟ ਕਰਨ ਨਾਲ ਹੀ ਨਾਮ ਰਸ ਪ੍ਰਮਾਤਮ ਸਿੱਧੀ ਪ੍ਰਾਪਤ ਹੁੰਦੀ ਹੈ। ਪਰ ਇੱਕਦਮ ਮਨ ਭੇਟ ਕਰਨਾ ਅਤਿਅੰਤ ਔਖਾ ਹੈ। ਜੋ ਦਿਨ ਰਾਤ ਨਾਮ ਸਾਧਨਾ ਵਿੱਚ ਜੁੜੇ ਹੋਏ ਹਨ, ਉਹਨਾਂ ਵਾਸਤੇ ਵੀ ਸਭ ਤੋਂ ਵੱਡੀ ਔਕੜ ਹੀ ਹੈ ਕਿ ਬਾਕੀ ਸਭ ਕੁਝ ਭੇਟ ਕਰ ਦਿੰਦੇ ਹਾਂ, ਪਰ ਮਨ ਭੇਟ ਕਰਨਾ ਔਖਾ ਹੋ ਜਾਂਦਾ ਹੈ। ਅੰਨ ਭੇਟ ਕਰਨਾ, ਧਨ ਭੇਟ ਕਰਨਾ, ਬਸਤਰ ਤੇ ਫਲ ਫੁੱਲ ਮਿਸ਼ਟਾਨ ਆਦਿ ਭੇਟ ਕਰਨਾ ਤਾਂ ਮਨ ਨੂੰ ਭੇਟ ਕਰਨ ਲਈ ਇੱਕ ਤਿਆਰੀ ਹੈ। ਜਿਨ੍ਹਾਂ ਚੀਜ਼ਾਂ ਵਿੱਚ ਰੁਚੀ ਹੈ, ਜੋ ਚੀਜ਼ਾਂ ਮਨ ਭਾਉਂਦੀਆਂ ਹਨ, ਪਹਿਲਾਂ ਭੇਟ ਕਰਨੀਆਂ ਹਨ ਤਾਂ ਕਿ ਇੱਕ ਦਿਨ ਮਨ ਖੁਦ ਭੇਟ ਹੋਣ ਵਿੱਚ ਰਾਜੀ ਹੋ ਜਾਵੇ। ਧਨ ਸੰਪਦਾ ਭੇਟ ਕਰਕੇ ਅਗਨ ਮਨ ਦਾ ਭੇਟ ਕਰ ਸਕੇ ਤਾਂ ਰਾਮ ਰਸ ਅਕਾਲ ਪੁਰਖ ਦੀ ਪ੍ਰਸੰਨਤਾ ਤੋਂ ਵਾਂਝੇ ਰਹਿ ਜਾਵਾਂਗੇ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਗੌੜੀ ਕਬੀਰ ਜੀ ਅੰਗ 327। ਇੱਕ ਕਰੋੜਾਪਤੀ ਕਰੋੜਾਂ ਦੀ ਭੇਟ ਕਰੇ ਤਾਂ ਵੀ ਉਹ ਬਹੁਤ ਵੱਡੀ ਭੇਟ ਨਹੀਂ ਹੈ। ਇੱਕ ਮੁਫਲਿਸ ਜਿਸ ਦਾ ਕੁੱਲ ਸਰਮਾਇਆ ਚੰਦ ਦਮੜੀਆਂ ਹੋਵਣ, ਅਗਰ ਉਹ ਭੇਟ ਕਰ ਦੇਵੇ ਤਾਂ ਉਸਨੇ ਆਪਣਾ ਸਭ ਕੁਝ ਭੇਟ ਕਰ ਦਿੱਤਾ ਤੇ ਸਿੱਖ ਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਜਾਂਦਾ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਕਵੀ ਸਵਈਏ ਭਾਈ ਗੁਰਦਾਸ ਜੀ। ਭਾਈ ਨੰਦ ਲਾਲ ਜੀ ਤਾਂ ਕਹਿੰਦੇ ਹਨ ਕਿ ਤੇਰੀ ਇੱਕ ਮਿਹਰ ਦੀ ਨਿਗਾਹ ਤੋਂ ਮੈਂ ਆਪਣੇ ਜਾਨ ਸਦਕੇ ਕਰ ਸਕਦਾ ਹਾਂ, ਪਰ ਮਿਹਰ ਦੀ ਨਿਗਾਹ ਤਾਂ ਜਾਨ ਦੇ ਬਦਲੇ ਮਿਲਣੀ ਵੀ ਔਖੀ ਹੈ। ਗੁਫਤਮ ਕੇ ਜਾਂ ਦਹਮ ਇਵਜ ਯਕ ਨਿਗਾਹ ਤੋਂ, ਗੁਫਤਾ ਮਿਆਨੇ ਮਾਓ ਤੋਂ, ਸੌਦਾ ਨਵੇਂ ਸ਼ਵੰਦ। ਭਾਈ ਨੰਦ ਲਾਲ ਜੀ। ਮਨ ਦਾ ਜਿਤਨਾ ਹਿੱਸਾ ਜਿਸ ਕਾਰਜ ਵਿੱਚ ਲਾਈਏ ਉਤਨੀ ਕਾਰਜ ਦੀ ਸਿੱਧੀ ਹੁੰਦੀ ਹੈ, ਪਰ ਪੂਰਨ ਪ੍ਰਮਾਤਮਾ ਤਾਂ ਉਦੋਂ ਪ੍ਰਾਪਤ ਹੁੰਦਾ ਹੈ ਜਦ ਮਨ ਪੂਰਨ ਭੇਟ ਕਰੀਏ। ਮਨ ਦੇ ਅਰਪਣ ਕੀਤਿਆਂ ਬਾਕੀ ਸਭ ਕੁਝ ਅਰਪਣ ਹੋ ਜਾਂਦਾ ਹੈ। ਮਨ ਅਰਪੋਂ ਤਨ ਰਾਖੋ ਆਗੈ, ਮਨ ਕੀ ਮਤ ਮੋਹਿ ਸਗਲ ਤਿਆਗੀ। ਗੌੜੀ ਮਹੱਲਾ ਪੰਜਵਾਂ ਅੰਗ 204। ਮਨ ਤੋਂ ਵੱਡੀ ਕੋਈ ਭੇਟਾ ਨਹੀਂ ਹੈ। ਮਨ ਭੇਟ ਕਰਨ ਤੋਂ ਵੱਡਾ ਕੋਈ ਤਿਆਗ ਨਹੀਂ ਹੈ। ਮਨ ਦੇ ਭੇਟ ਕੀਤਿਆਂ ਹੀ ਅਧਿਆਤਮਕ ਕਾਰਜ ਰਾਸ ਆਉਂਦਾ ਹੈ, ਭਾਵ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਗੌੜੀ ਸੁਖਣੀ ਮਹੱਲਾ ਪੰਜਵਾਂ ਅੰਗ 286। ਧਰਮ ਦੇ ਸਮੱਗਰ ਸਾਧਨ ਮਨ ਭੇਟ ਕਰਨ ਵਾਸਤੇ ਹਨ ਤੇ ਮਨ ਦੀ ਕੁਰਬਾਨੀ ਦਿੰਦਿਆਂ ਕਾਲ ਪੁਰਖ ਫਿਰ ਕੁਰਬਾਨੀ ਦੇਣ ਵਾਲੇ ਤੋਂ ਕੁਰਬਾਨ ਹੁੰਦਾ ਹੈ ਤੇ ਇਸ ਤਰ੍ਹਾਂ ਕੁਰਬਾਨੀ ਦੇਣ ਵਾਲਾ, ਭੇਟਾ ਕਰਨ ਵਾਲਾ ਆਪਣਾ ਜੀਵਨ ਸਫਲ ਕਰ ਲੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਮਸਕੀਨ ਜੀ ਦੀ ਇਹ ਬੁੱਕ ਦੀ ਸਮਾਪਤੀ ਹੁੰਦੀ ਹੈ। ਇਸ ਤੋਂ ਬਾਅਦ ਮਿਲਦੇ ਹਾਂ ਜੀਵਨ ਨੂੰ ਸੇਧ ਦੇਣ ਵਾਲੀ ਇੱਕ ਹੋਰ ਨਵੀਂ ਪੁਸਤਕ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।